ਫਿਰੋਜ਼ਪੁਰ ਦੇ ਵਿੱਚ ਲੜਾਈ ਹੋਈ ਹੈ। ਦੋ ਗੁੱਟਾਂ ਦੇ ਵਿਚਾਲੇ ਝੜਪ ਹੋਈ। ਪਿੰਡ ਹੈ ਗਾਮੇਵਾਲਾ ਪਿੰਡ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਹਿੰਸਕ ਝੜਪ ਹੋਈ ਹੈ ਔਰ ਦੋਨਾਂ ਪਾਸਿਓਂ ਪੱਥਰਬਾਜ਼ੀ ਹੋਈ ਹੈ ਔਰ ਫਾਇਰਿੰਗ ਤੱਕ ਕੀਤੀ ਹੈ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ। ਔਰ ਇਸ ਫਾਇਰਿੰਗ ਦੇ ਵਿੱਚ, ਇਸ ਝੜਪ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਦਰਅਸਲ ਨਸ਼ਾ ਤਸਕਰੀ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਨਸ਼ਾ ਤਸਕਰੀ ਰੋਕਣ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਪਿੰਡ ਗਾਮੇਵਾਲਾ ਦੀ ਘਟਨਾ ਹੈ। ਦੋ ਧਿਰਾਂ ਆਪਸ ਚ ਭਿੜ ਗਈਆਂ, ਦੋਨਾਂ ਵੱਲੋਂ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਗਈ, ਗੋਲੀਆਂ ਚਲਾਈਆਂ ਗਈਆਂ, ਫਾਇਰਿੰਗ ਕੀਤੀ ਗਈ ਔਰ ਇਸ ਫਾਇਰਿੰਗ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਫਿਰੋਜ਼ਪੁਰ ਤੋਂ ਇਹ ਵੱਡੀ ਖਬਰ ਜਿਹੜੀ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਹਿੰਸਕ ਝੜਪ ਹੋਈ ਹੈ ਨਸ਼ਾ ਤਸਕਰੀ ਰੋਕਣ ਨੂੰ ਲੈ ਕੇ ਔਰ ਇਸ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਤਸਵੀਰ ਦਿਖਾ ਰਹੇ ਹਾਂ ਅਸੀਂ ਉਸ ਨੌਜਵਾਨ ਦੀ ਜਿਸ ਦੀ ਜਾਨ ਗਈ ਹੈ। ਦੋ ਨੌਜਵਾਨ ਇਸ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਔਰ ਉਹਨਾਂ ਦੀ ਜਾਨ ਚਲੀ ਗਈ। ਇਹ ਤਸਵੀਰਾਂ ਨੇ ਕਿ ਕਿਵੇਂ ਇੱਕ ਦੂਜੇ ਤੇ ਗੋਲੀਆਂ ਵਰਸਾਈਆਂ ਗਈਆਂ। ਦੋ ਧਿਰਾਂ ਦੇ ਵਿੱਚ ਝੜਪ ਹੋਈ ਨਸ਼ਾ ਤਸਕਰੀ ਰੋਕਣ ਨੂੰ ਲੈ ਕੇ। ਤੇ ਅਗਲੀ ਖਬਰ ਬ੍ਰੇਕਿੰਗ ਨੰਬਰ 5 ਫਾਜ਼ਿਲਕਾ ਦੇ ਵਿੱਚ ਸਰਹੱਦ ਤੋਂ 25 ਕਿਲੋ ਹੈਰੋਇਨ ਬਰਾਮਦ ਹੋਈ ਹੈ। ਇੰਡੋ ਪਾਕ ਬਾਰਡਰ ਤੇ ਕਰੋੜਾਂ ਰੁਪਏ ਦੀ ਇਹ ਹੈਰੋਇਨ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੀਲੇ ਰੰਗ ਦੇ ਪੈਕਟਾਂ ਦੇ ਵਿੱਚ ਇਸ ਨੂੰ ਲਪੇਟਿਆ ਹੋਇਆ ਸੀ। ਪਿੰਡ ਗੱਟੀ ਅਜੈਬ ਸਿੰਘ ਜਿੱਥੋਂ ਇਹ ਹੈਰੋਇਨ ਮਿਲੀ ਹੈ। ਬਿਲਕੁਲ ਕਿਉਂਕਿ ਬਾਰਡਰ ਤੇ ਪਿੰਡ ਪੈਂਦੇ ਨੇ, ਸਰਹੱਦੀ ਇਲਾਕੇ ਨੇ। ਕੰਡਿਆਲੀ ਤਾਰ ਦੇ ਕੋਲ ਗੱਟੀ ਅਜੈਬ ਸਿੰਘ ਪਿੰਡ ਹੈ ਜਿੱਥੋਂ ਹੈਰੋਇਨ ਬਰਾਮਦ ਹੋਈ। ਪਾਕਿਸਤਾਨੀ ਤਸਕਰਾਂ ਤੇ ਕਈ ਰਾਉਂਡ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਹੈ। ਕਈ ਰਾਉਂਡ ਫਾਇਰਿੰਗ ਕੀਤੀ ਕਿਉਂਕਿ ਅੱਜ ਕੱਲ ਮੌਸਮ ਬਦਲ ਰਿਹਾ, ਸੰਘਣੀ ਧੁੰਦ ਪੈ ਰਹੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਤਸਕਰ ਜਿਹੜੇ ਨੇ ਉਹ ਜ਼ਿਆਦਾ ਇਹੋ ਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਨੇ। ਸੋ ਸੰਘਣੀ ਧੁੰਦ ਦੇ ਚੱਲਦੇ ਤਸਕਰ ਫਰਾਰ ਹੋ ਗਏ। ਪੂਰੇ ਇਲਾਕੇ ਦੇ ਵਿੱਚ BSF ਨੇ ਸਰਚ ਆਪਰੇਸ਼ਨ ਚਲਾਇਆ ਔਰ ਤਸਕਰੀ ਦੇ ਲਈ PVC ਪਾਈਪ ਦਾ ਇਸਤੇਮਾਲ ਕੀਤਾ ਗਿਆ ਸੀ। ਇੱਕ PVC ਪਾਈਪ ਜ਼ਮੀਨ ਦੇ ਹੇਠਾਂ ਪਾਈ ਗਈ ਔਰ ਉਸ ਦੇ ਜ਼ਰੀਏ ਇਹ ਹੈਰੋਇਨ ਦੇ ਪੈਕੇਟ ਜਿਹੜੇ ਆ ਉਹ ਭੇਜੇ ਗਏ ਸੀ। ਤੇ ਜਦੋਂ ਤਸਕਰ ਇਸ ਨੂੰ ਇਕੱਠਾ ਕਰ ਰਹੇ ਸੀ ਤਾਂ ਉਸ ਵੇਲੇ ਪੁਲਿਸ ਨੂੰ ਜਾਂ BSF ਨੂੰ ਪਤਾ ਲੱਗਿਆ। ਉਸ ਤੋਂ ਬਾਅਦ BSF ਵੱਲੋਂ ਫਾਇਰਿੰਗ ਵੀ ਕੀਤੀ ਗਈ ਪਰ ਧੁੰਦ ਦਾ ਫਾਇਦਾ ਚੱਕਦੇ ਹੋਏ ਤਸਕਰ ਉੱਥੋਂ ਫਰਾਰ ਹੋ ਗਏ। ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪਾਕਿਸਤਾਨੀ ਤਸਕਰ ਦੱਸੇ ਜਾ ਰਹੇ ਨੇ। ਕਈ ਰਾਉਂਡ ਉਹਨਾਂ ਤੇ ਫਾਇਰਿੰਗ ਵੀ BSF ਵੱਲੋਂ ਕੀਤੀ ਗਈ ਹੈ। ਕਰੋੜਾਂ ਰੁਪਏ ਇਸ ਦੀ ਕੀਮਤ ਦੱਸੀ ਜਾ ਰਹੀ ਹੈ। ਜਿਹੜੇ ਅਸੀਂ ਇਹ ਪੀਲੇ ਪੈਕੇਟ ਹੈਰੋਇਨ ਦੇ ਦਿਖਾ ਰਹੇ ਹਾਂ, ਇਹ ਪੈਕੇਟ ਜਿਹੜੇ ਨੇ ਇਹਨਾਂ ਦੇ ਵਿੱਚ ਜਿਹੜੀ ਹੈਰੋਇਨ ਹੈ ਲਪੇਟੀ ਹੋਈ ਹੈ। ਕਰੋੜਾਂ ਰੁਪਏ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਹੈ। ਇੰਡੋ ਪਾਕ ਬਾਰਡਰ ਤੇ ਫਾਜ਼ਿਲਕਾ ਇਲਾਕੇ ਦੇ ਵਿੱਚੋਂ 25 ਕਿਲੋ ਹੈਰੋਇਨ ਦੱਸੀ ਜਾ ਰਹੀ ਹੈ ਔਰ 25 ਕਿਲੋ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ 1 ਕਿਲੋ ਦੀ ਕੀਮਤ ਕਈ ਕਰੋੜ ਹੁੰਦੀ ਹੈ, 25 ਕਿਲੋ ਦੀ ਕਿੰਨੀ ਕੀਮਤ ਹੋਏਗੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ। BSF ਦੇ ਸੰਤਰੀ ਸੀਗੇ ਡਿਊਟੀ ਪੋਸਟ ਤੇ ਉਹਨਾਂ ਨੇ ਕੋਈ ਮੂਵਮੈਂਟ ਦੇਖੀ, ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਕੁਝ ਫਾਇਰ ਕੀਤੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਫੈਂਸ ਦੇ ਪਰਲੇ ਪਾਸੇ ਜਾ ਕੇ ਚੈੱਕ ਕੀਤਾ ਤੇ ਉਸ ਦੇ ਵਿੱਚ ਇਹਨਾਂ ਨੂੰ ਪਹਿਲਾਂ ਕੁਝ ਬਰਾਮਦਗੀ ਹੋਈ ਜਿਹੜੀ ਬਾਅਦ ਦੇ ਵਿੱਚ ਕਾਊਂਟ ਕਰਨ ਤੇ 25 ਪੈਕੇਟ ਜਿਹੜੇ 26 ਕਿਲੋ 430 ਗ੍ਰਾਮ ਉਹਦੇ 'ਚ ਅਲੋਂਗ ਵਿਦ ਦ ਪੈਕਿੰਗ ਮਟੀਰੀਅਲ ਉਹਨਾਂ ਬਣਦਾ ਉਹਨੀ ਰਿਕਵਰੀ ਹੋਈ ਹੈ। ਤੇ ਉਸ ਤੋਂ ਬਾਅਦ ਹੀ ਸਾਡੀ ਸਾਰੀ ਪੁਲਿਸ ਅਸੀਂ BSF ਦੇ ਨਾਲ ਰਲ ਕੇ ਸਰਚ ਵਗੈਰਾ ਏਰੀਆ ਦੀ ਸਾਰੀ ਕਰ ਰਹੇ ਹਾਂ ਤੇ ਜਾਰੀ ਸਰਚ ਵੀ ਜਾਰੀ ਹੈ ਤੇ ਪਹਿਲਾਂ ਵੀ ਰਾਤ ਵੇਲੇ ਦੀ ਕਰ ਰਹੇ ਨਾਲ। ਤੇ ਇਹਦੇ ਵਿੱਚ ਜਿਹੜੇ ਵੀ ਸ਼ੱਕੀ ਹੋਣਗੇ ਸਾਡੀ ਟੀਮਸ ਲਾਤੀਆਂ ਤੇ ਉਹਨਾਂ ਦੀ ਅਸੀਂ ਜਲਦ ਤੋਂ ਜਲਦ ਅਸੀਂ ਅਰੈਸਟ ਕਰ ਲਾਂਗੇ। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 4 ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਵੀਂ ਕਾਰਜਕਾਰਨੀ ਬਣ ਗਈ ਹੈ। ਨਵੇਂ ਪ੍ਰਧਾਨ ਦੀ ਚੋਣ ਹੋਈ ਹੈ ਔਰ ਮਹੰਤ ਕਰਮਜੀਤ ਸਿੰਘ ਨਵੇਂ ਪ੍ਰਧਾਨ ਬਣਾਏ ਗਏ ਨੇ। ਤੁਹਾਨੂੰ ਦਿਖਾਉਣੇ ਹਾਂ ਸਕਰੀਨ ਤੇ। ਮਹੰਤ ਕਰਮਜੀਤ ਸਿੰਘ ਨਵੇਂ ਪ੍ਰਧਾਨ ਥਾਪੇ ਗਏ ਨੇ ਔਰ ਦਾਦੂਵਾਲ ਜਿਹੜੇ ਨੇ ਉਹ ਪ੍ਰਧਾਨਗੀ ਦੀ ਦੌੜ 'ਚ ਪਿੱਛੇ ਰਹਿ ਗਏ ਔਰ ਦਾਦੂਵਾਲ ਨੇ ਇਸ ਤੋਂ ਬਾਅਦ ਬੈਠਕ ਦਾ ਬਾਈਕਾਟ ਕਰ ਦਿੱਤਾ। ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿਉਂਕਿ ਜਗਦੀਸ਼ ਝਿੰਡਾ ਪਹਿਲਾਂ ਹੀ ਇਸ ਦੌੜ ਤੋਂ ਬਾਹਰ ਹੋ ਗਏ ਸੀ ਤਾਂ ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿ ਉਹ ਪ੍ਰਧਾਨ ਬਣਨਗੇ। ਪਰ ਆਖਰੀ ਮੌਕੇ ਤੇ ਜਦੋਂ ਮਹੰਤ ਕਰਮਜੀਤ ਸਿੰਘ ਦਾ ਨਾਮ ਆਇਆ ਤਾਂ ਦਾਦੂਵਾਲ ਖਫਾ ਹੋ ਕੇ, ਨਾਰਾਜ਼ ਹੋ ਕੇ ਉਸ ਬੈਠਕ ਦਾ ਬਾਈਕਾਟ ਕਰਕੇ ਚਲੇ ਗਏ। ਉਹਨਾਂ ਨੇ ਮਹੰਤ ਕਰਮਜੀਤ ਤੇ ਸਵਾਲ ਵੀ ਚੱਕੇ ਕਿ ਮਹੰਤ ਕਰਮਜੀਤ ਦਾ ਸਿੱਖਾਂ ਦੇ ਲਈ ਕੋਈ ਯੋਗਦਾਨ ਨਹੀਂ ਹੈ। ਇਹ ਵੀ ਕਿਹਾ ਦਾਦੂਵਾਲ ਨੇ ਕਿ ਮੈਂ ਕਮੇਟੀ ਦੇ ਮੈਂਬਰ ਵਜੋਂ ਕੰਮ ਕਰਦਾ ਰਹਾਂਗਾ। ਦਾਦੂਵਾਲ ਤੋਂ ਇਲਾਵਾ ਦਿਦਾਰ ਸਿੰਘ ਨਲਵੀ ਤੇ
ਹੋਰ 5 ਮੈਂਬਰਾਂ ਨੇ ਸੀਨੀਅਰ ਮੀਤ ਪ੍ਰਧਾਨ ਦਾ ਵਿਰੋਧ ਕੀਤਾ। ਉਹ ਭੁਪਿੰਦਰ ਸਿੰਘ ਅਸੰਧ ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਸ ਦਾ ਵਿਰੋਧ ਕੀਤਾ ਗਿਆ, ਕਿਉਂਕਿ ਉਹਨਾਂ ਨੇ ਕਿਹਾ ਕਿ ਪ੍ਰਧਾਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਮੀਤ ਪ੍ਰਧਾਨ ਤੇ ਉਹਨਾਂ ਨੇ ਵਿਰੋਧ ਜਤਾਇਆ। ਦਿਦਾਰ ਸਿੰਘ ਨਲਵੀ, ਬਲਦੇਵ ਸਿੰਘ ਖਾਲਸਾ, ਪਰਮਜੀਤ ਸਿੰਘ, ਸੁਰਜਿੰਦਰ ਸਿੰਘ ਤੇ ਗੁਰਮੀਤ ਸਿੰਘ ਕੈਥਲ ਇਹਨਾਂ ਵੱਲੋਂ ਇਹ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਸਾਨੂੰ ਭੁਪਿੰਦਰ ਸਿੰਘ ਦੀ ਨਿਯੁਕਤੀ ਮਨਜ਼ੂਰ ਨਹੀਂ ਹੈ, ਔਰ ਇਹ ਕਹਿ ਕੇ ਦਿਦਾਰ ਸਿੰਘ ਨਲਵੀ ਵੀ ਇਸ बैठक ਦਾ बायकॉट कर गए। जो हमारी टीम है बहुत अच्छी टीम बनी है। मैं हरियाणा सरकार का भी धन्यवाद कहता हूँ कि उन्होंने मुझे इस लायक समझा। मैं कोशिश करूँगा कि पूरी तरह उतरूँ, काम करूँ। जिन्हों ने हरियाणा सिख गुरुद्वारा प्रबंधक कमेटी वास्ते कुछ नहीं किया, जेकर वो अज प्रधान ने ਤਾਂ ਉਹਨਾਂ ਨੂੰ ਸਵਾਗਤ ਹੈ ਜੀ, ਸਦਕੇ ਉਹ ਕਰਨ, ਲੇਕਿਨ ਮੈਂ ਇਸ ਚੀਜ਼ 'ਚ ਸਹਿਮਤ ਨਹੀਂ ਹੂੰ। ਇਹ ਸਿੱਖਾਂ ਦੀ ਚੁਣੀ ਹੋਈ ਬਾਹਰ ਸੰਸਥਾ ਨਹੀਂ, ਇਹ ਕੇਵਲ ਸਰਕਾਰ ਦੀ ਚੁਣੀ ਹੋਈ ਸੰਸਥਾ ਹੈ। ਹਰਿਆਣਾ ਕਮੇਟੀ ਜਿਹੜੀ ਆ ਉਹਦੀ ਕਿੱਥੇ ਤੱਕ ਕਿਸ ਤਰਜ ਤੱਕ ਸਰਕਾਰੀਕਰਨ ਹੋਇਆ ਉਹ ਅੱਜ ਪ੍ਰੂਵ ਹੋ ਗਿਆ। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 3 ਕੋਰੋਨਾ ਮੁੜ ਦਸਤਕ ਦੇਣ ਲੱਗਿਆ ਹੈ ਔਰ ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਨੇ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ ਕੋਰੋਨਾ ਨੂੰ ਲੈ ਕੇ। ਮਨਸੁਖ ਮਾਂਡਵੀਆ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਹੈ, ਕਿਉਂਕਿ ਕੋਰੋਨਾ ਆਪਣੇ ਪੈਰ ਪਸਾਰਨ ਲੱਗਿਆ ਨੇ ਔਰ ਚਾਈਨਾ ਦੇ ਵਿੱਚ ਇਸ ਨੇ ਬਹੁਤ ਜ਼ਿਆਦਾ ਘਾਤਕ ਰੂਪ ਜਿਹੜਾ ਹੈ ਉਹ ਧਾਰਨ ਕਰ ਲਿਆ ਹੈ। ਸੋ ਉਸ ਨੂੰ ਲੈ ਕੇ ਇੰਡੀਆ ਦੇ ਵਿੱਚ ਅਲਰਟ ਹੈ, ਪਰ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਹਾਂ। ਨਿਗਰਾਨੀ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਮਾਸਕ ਫਿਰ ਜ਼ਰੂਰੀ ਕਰ ਦਿੱਤਾ ਗਿਆ ਹੈ। ਜਿਹੜੀਆਂ ਇੰਪਲੀਮੈਂਟਿੰਗ ਅਥਾਰਟੀਜ਼ ਨੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਦਿਸ਼ਾ ਨਿਰਦੇਸ਼ ਭੇਜ ਦਿੱਤੇ ਗਏ ਨੇ ਕਿ ਉਹ ਕੋਰੋਨਾ ਨੂੰ ਲੈ ਕੇ ਅਲਰਟ ਹੋ ਜਾਣ ਔਰ ਅਗਾਊਂ ਪ੍ਰਬੰਧ ਕਰ ਲੈਣ। ਸੋ ਕੇਂਦਰੀ ਸਿਹਤ ਮੰਤਰੀ ਵੱਲੋਂ ਇਹ ਹਾਈ ਲੈਵਲ मीटिंग की गई है। क्राउडेड प्लेस में है, चाहे बाहर, जैसे मैं अब क्राउडिंग में आ गया हूँ तो मुझे मास्क लगाना है। अंदर भी अगर क्राउडिंग है तो वहाँ भी हमने मास्क लगाना है। इसी प्रकार सोशल डिस्टेंसिंग की जो एडवाइजरी अभी तक है आपके समक्ष, उसका ख्याल रखिए। एंड अगेन देयर दोज विद कोमॉर्बिडिटीज, दोज विद अ पर्टिकुलर एज, सीनियर सिटीजन, उनके लिए ये और भी ज़रूरी है। और ये हमें अपनी नॉर्मल लाइफ को लीड करते हुए, नॉर्मल काम करते हुए इनका ये प्रिकॉशन हमें लेनी है, ताकि हम अपने आप को भी बचाएं और जो ट्रांसमिशन होती है वायरस की उसकी चेन भी, जो भी चल रहा है, जितना भी चल रहा है, वो ट्रांसमिशन की चेन रुकने में हम सबको मदद, क्योंकि ये तो यूनिवर्सल वैक्सीन है। कोरोना जो पिछले लंबे समय तो ਜਿਹੜਾ ਚੱਲ ਰਿਹਾ ਸੀ ਉਹਦੇ ਸੰਬੰਧ ਚ ਅੱਜ ਦਾ ਜਿਹੜੀ ਅੱਜ ਤੱਕ ਦੀ ਜੋ ਰਿਪੋਰਟ ਹੈ ਉਹਦੇ ਮੁਤਾਬਕ ਸਾਡੇ ਕੁੱਲ ਐਕਟਿਵ ਜਿਹੜੇ ਪੋਜ਼ਿਟਿਵ ਕੇਸ ਹੈਗੇ ਆ ਉਹ 9 ਨੇ ਔਰ ਉਹਦੇ ਨਾਲ ਹੀ ਜਿਹੜੇ 16 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਆ, ਐਕਟਿਵ ਕੇਸ ਆ ਉਹ ਨਹੀਂ ਹੈ। ਔਰ ਉਹਦੇ ਨਾਲ ਹੀ ਹੁਣ ਤੱਕ ਅਸੀਂ 2,10,77,118 ਸੈਂਪਲ ਲਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 7,85,375 ਪੋਜ਼ਿਟਿਵ ਪਾਏ ਗਏ ਹਨ। ਔਰ ਸਾਡੇ ਵੱਲੋਂ ਜਿਹੜੀ ਆ ਕੋਈ ਰੱਬ ਨਾ ਕਰੇ ਕੋਈ ਐਦਾਂ ਦੀ ਵੇਵ ਦੁਬਾਰਾ ਆਉਂਦੀ ਆ, ਉਹਦੇ ਵੱਲੋਂ ਸਾਡੇ ਵੱਲੋਂ ਜਿਹੜੀ ਪੂਰਾ ਤਿਆਰੀ ਜਿਹੜੀ ਕੀਤੀ ਗਈ ਆ। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 2 ਕੇਂਦਰੀ ਸਿਹਤ ਮੰਤਰੀ ਵੱਲੋਂ ਰਾਹੁਲ ਗਾਂਧੀ ਨੂੰ ਵੀ ਚਿੱਠੀ ਲਿਖੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਦੇਸ਼ ਹਿੱਤ ਦੇ ਵਿੱਚ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇ, ਕਿਉਂਕਿ ਰਾਹੁਲ ਗਾਂਧੀ ਇਸ ਵੇਲੇ ਭਾਰਤ ਜੋੜੋ ਯਾਤਰਾ ਕੱਢ ਰਹੇ ਨੇ ਔਰ ਉਸ ਯਾਤਰਾ ਦੇ ਵਿੱਚ ਵੱਡਾ ਇਕੱਠ ਹੋ ਰਿਹਾ ਹੈ। ਸੋ ਉਹਨਾਂ ਕਿਹਾ ਕਿ ਰੈਲੀ ਦੇ ਵਿੱਚ ਕਰੋਨਾ ਨਿਯਮਾਂ ਦੀ ਪਾਲਣਾ ਸਖਤੀ ਨਾਲ ਹੋਵੇ, ਇਹ ਅਪੀਲ ਕੀਤੀ ਗਈ ਹੈ। ਔਰ ਉਹਨਾਂ ਨੇ ਯਾਤਰਾ ਰੱਦ ਕਰਨ ਦੀ ਅਪੀਲ ਕੀਤੀ ਹੈ ਕਿ ਕੋਈ ਵੀ ਰੈਲੀ ਅਗਰ ਹੁੰਦੀ ਹੈ ਤਾਂ ਉਸ 'ਚ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋਵੇ ਔਰ ਦੇਸ਼ ਹਿੱਤ ਦੇ ਵਿੱਚ ਉਹਨਾਂ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਰੱਦ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਿਰਫ ਕੋਵਿਡ ਵੈਕਸੀਨੇਟਡ ਜਿਹੜੇ ਲੋਕ ਨੇ, ਜਿਹੜੇ ਵੈਕਸੀਨ ਲੈ ਚੁੱਕੇ ਨੇ, ਉਹੀ ਇਸ ਦੇ ਵਿੱਚ ਸ਼ਾਮਿਲ ਹੋਣ। ਅੱਜ ਹਰਿਆਣਾ ਦੇ ਵਿੱਚ ਭਾਰਤ ਜੋੜੋ ਯਾਤਰਾ ਦਾਖਲ ਹੋਈ ਹੈ ਔਰ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ, ਸ਼ਕਤੀ ਸਿੰਘ ਗੋਹਿਲ ਸਮੇਤ तमाम सीनियर लीडरशिप इस दे विच शामिल हुई। सवाल ये खड़ा होता है, क्या एक परिवार सब प्रोटोकॉल से ऊपर है? ये तो मैं मान सकता हूं कि आज भी गांधी परिवार में
कांग्रेस के राष्ट्रीय अध्यक्ष को ज्यादा एक परिवार को मान्यता मिलती है, लेकिन देश का प्रोटोकॉल, कोविड का प्रोटोकॉल तो उनको फॉलो करना पड़ेगा। आखिर क्या कारण है कि आज भी एक पार्टी, एक राजनीतिक दल एक परिवार तक अपने आप को सीमित रखता है और उसके लिए सारे प्रोटोकॉल तोड़ने के लिए भी तैयार होता है। अगर कोई ऐसी प्रोटोकॉल जारी करे सरकार तो विल फॉलो इट। तो सवाल तो उठा सर, संसद का सत्र चल रहा है, वहाँ तो कोई कोविड प्रोटोकॉल नहीं है। मैं सेंट्रल हॉल में बैठा था, कोई जहाजों में नहीं है, तो इस पे ही क्यों है? तो अगर कोविड का है उसका प्रोटोकॉल नॉर्म्स जारी करें तो हम फॉलो करेंगे।